Good morning, student. Today we are going to discuss about gastritis. Gastritis is the inflammations of the gastric. Gastritis is an inflammation of the gastric mucosa. Is classified as either acute or chronic. Basically इसके mainly two types होती हैं, acute और chronic form में. Like that immediately होना और from the previous किसी disease condition से gradually आगे उसका जो symptoms है वो उसका severe होना. The next is the incidence. The incidence of gastritis is highest in the 5th and the 6th decades of life. Men are more frequently affected than women. The incidents are greater in clients who are heavy drinkers and smokers. 5th and the 6th decades means ਨਿਊ ਡਿਵੈਲਪਮੈਂਟ ਡਿਸੀਜ਼ ਅਸੀਂ ਇਹਨੂੰ ਕਹਿ ਸਕਦੇ ਹਾਂ, ਜਿਹਦੇ ਕਰਕੇ ਕੀ ਹੋ ਰਿਹਾ ਹੈ ਕਿ ਕੁਝ ਸਾਲਾਂ ਤੋਂ ਹੀ ਇਸ ਡਿਸੀਜ਼ ਕੰਡੀਸ਼ਨ ਡਿਵੈਲਪ ਹੋ ਰਹੀ ਆ ਡਿਊ ਟੂ ਆਰ ਲਾਈਫ ਸਟਾਈਲ ਚੇਂਜਸ ਐਂਡ ਹੈਵੀ ਡਰਿੰਕਿੰਗ ਐਂਡ ਸਮੋਕਿੰਗ. ਸੋ ਜਿਹਦੇ ਕਰਕੇ ਕੀ ਆ ਮੋਸਟਲੀ ਇਹਦੇ ਵਿੱਚ ਕੀ ਆ ਕਿ ਮੇਲਸ ਨੇ ਜਿਹੜੇ ਉਹਨਾਂ ਦੇ ਉੱਤੇ ਜ਼ਿਆਦਾ ਇਫੈਕਟ ਪੈਂਦਾ ਕਿਉਂਕਿ ਉਹਨਾਂ ਦਾ ਡਾਈਟ ਪੈਟਰਨ ਦੇ ਵਿੱਚ ਰੇਸ਼ੋਜ਼ ਦੇ ਅਕੋਰਡਿੰਗ ਡਰਿੰਕ ਦੇ ਵਿੱਚ ਮੇਲ ਆ ਜਿਹੜੇ ਜਾਂ ਸਮੋਕਿੰਗ ਫੈਕਟਰ ਦੇ ਵਿੱਚ ਉਹ ਦੋਨੋਂ ਹੀ ਪ੍ਰੋਮੀਨੈਂਟ ਨੇ ਦੋਨਾਂ ਫੈਕਟਰਸ ਦੇ ਵਿੱਚ ਮੇਲ. First one type is the acute gastritis. Acute gastritis means suddenly hona, that is the etiology and risk factor. First is that usually stems from indigestions of the corrosive, erosive or infectious substances. Immediately ਜਿਹੜੇ ਕਿ ਇਰੀਗੇਸ਼ਨਸ ਕਰਦੇ ਆ ਮਿਊਕਸ ਲਾਈਨਿੰਗਸ ਨੂੰ ਉਹਨਾਂ ਸਬਸਟੈਂਸਸ ਜਾਂ ਫਿਰ ਇਨਫੈਕਸ਼ਨਸ ਦਾ ਜਿਹੜਾ ਕੀ ਹੈ ਗੈਸਟ੍ਰਿਕ ਮਿਊਕੋਜ਼ਸ ਲੇਅਰ ਦੇ ਉੱਤੇ ਇਨਫੈਕਸ਼ਨਸ ਫਾਰਮ ਦੇ ਵਿੱਚ ਡਿਵੈਲਪ ਹੋਣਾ that is the acute gastritis ਦਾ causes ਬਣਦਾ. ਐਸਪੀਰੇਸ਼ਨ ਐਂਡ ਅਦਰ ਨਾਨ ਸਟਰਾਇਡ ਐਂਟੀ ਇਨਫਲਾਮੇਟਰੀ ਡਰੱਗਸ ਕਿਸੇ ਵੀ ਫਾਰਮ ਦੇ ਵਿੱਚ ਜੇ ਉਹਦਾ ਕੋਈ ਟ੍ਰੀਟਮੈਂਟ ਚੱਲ ਰਿਹਾ ਜਿਹਦੇ ਵਿੱਚ ਨਾਨ ਸਟਰਾਇਡ ਐਂਟੀ ਇਨਫਲਾਮੇਟਰੀ ਡਰੱਗਸ ਲੈ ਰਿਹਾ ਪੇਸ਼ੈਂਟਸ ਜਾਂ ਫਿਰ ਕਿਸੇ ਹੋਰ ਸਿਸਟਮ ਦੇ ਕਰਕੇ ਉਹਨੂੰ ਕੀਮੋਥੈਰੇਪੀ ਟ੍ਰੀਟਮੈਂਟ ਲੈਣਾ ਪੈ ਰਿਹਾ ਪੇਸ਼ੈਂਟਸ ਨੂੰ ਸਟੀਰੋਇਡ ਚੱਲਦੇ ਨੇ ਜਾਂ ਫਿਰ ਅਕਿਊਟ ਅਲਕੋਹਲਿਜ਼ਮ ਜਾਂ ਫਿਰ ਫੂਡ ਪੋਇਜ਼ਨਿੰਗ ਹੈ ਟਿਪੀਕਲੀ ਕਾਜ਼ਡ ਬਾਈ ਸਟ੍ਰੈਪਟੋਕੋਕਾਈਸ ਆਰਗੇਨਿਜ਼ਮ ਹੈ ਉਹਦੇ ਕਰਕੇ ਪੇਸ਼ੈਂਟਸ ਦੇ ਵਿੱਚ ਕੀ ਹੈ ਕਿ ਇਹ ਅਕਿਊਟ ਫਾਰਮ ਦੇ ਵਿੱਚ ਗੈਸਟ੍ਰਿਕ ਇਨਫਲਾਮੇਸ਼ਨ ਹੈ ਜਿਹੜੀ ਮਿਊਕੋਜ਼ਲ ਲੇਅਰ ਦੀ ਆ ਉਹ ਸਟਾਰਟ ਹੋ ਸਕਦੀ ਹੈ. Food substances including excessive amount of tea ਜਿਹੜੇ ਲੋਕੀ normally tea ਦੀ habitual ਨੇ ਜ਼ਿਆਦਾਤਰ. Paprika, clove and pepper can to the precipitated acute gastritis like ਜਿਨ੍ਹਾਂ ਨੂੰ ਅਸੀਂ normal language ਦੇ ਵਿੱਚ ਕਹਿ ਦਿੰਦੇ ਹਾਂ ਕਿ ਗਰਮ ਫਾਰਮ ਦੇ ਵਿੱਚ ਜਿਹੜੀਆਂ ਆਉਂਦੀਆਂ ਨੇ ਜਿੱਦਾਂ ਲੌਂਗ ਵਗੈਰਾ ਮਿਰਚ ਵਗੈਰਾ ਐਸੈਕਟਿਕ ਫਾਰਮ ਦੇ ਵਿੱਚ ਜਿਹੜੇ ਕੀ ਆ ਪੇਸ਼ੈਂਟਸ ਜ਼ਿਆਦਾ ਲੈਂਦੇ ਨੇ ਸੋ ਉਹਨਾਂ ਦੇ ਵਿੱਚ ਕੀ ਆ ਇਹ ਜ਼ਿਆਦਾ ਹੋ ਸਕਦਾ ਹੈ. Food which is the rough texture of these eaten is an extremely high temperature can also damage the stomach mucosa. ਜਿਹੜੇ ਫੂਡਸ ਨੇ ਜਿਨ੍ਹਾਂ ਦਾ ਰਫ ਟੈਕਸਚਰਿੰਗ ਫਾਰਮ ਦੇ ਵਿੱਚ ਆ ਜਾਂਦਾ ਜਿੱਦਾਂ ਡਾਈਟ ਪਲਾਨ ਦੇ ਵਿੱਚ ਲਾ ਲਓ ਮੋਸਟਲੀ ਕੀ ਆ ਜਾਂਦਾ ਨਾਨ ਵੈਜ ਡਾਈਟਸ ਆ ਜਾਂਦੀਆਂ ਨੇ ਜਿਹਨੂੰ ਚੂ ਕਰਨ ਦੇ ਵਿੱਚ ਜ਼ਿਆਦਾ ਟਾਈਮ ਲੱਗਦਾ ਜਾਂ ਫਿਰ ਜਿਹੜੀਆਂ ਕਿ ਅਸੀਂ ਜ਼ਿਆਦਾ ਹੀ ਹੀਟ ਟੈਂਪਰੇਚਰਸ ਦੇ ਵਿੱਚ ਉਹਨਾਂ ਨੂੰ ਡਾਈਟਸ ਨੂੰ ਲੈ ਰਹੇ ਆ ਉਹਦੇ ਵਿੱਚ ਕੀ ਆ ਕਿ ਪੇਸ਼ੈਂਟਸ ਦੀ ਜਿਹੜੀ ਮਿਊਕੋਜ਼ਲ ਹੈ ਉਹ ਡਿਸਟਰਬ ਹੋ ਜਾਂਦੀ ਹੈ. The next one is to the acute gastritis is usually of short duration unless the gastric mucosa has suffered expensive damage. Acute form ਦੇ ਵਿੱਚ ਕੀ ਆ ਕਿ ਜਦੋਂ ਤੱਕ ਕਿ ਉਹ usually short durations ਦਾ ਹੁੰਦਾ ਹੈ ਬਟ ਇਹਦੇ ਵਿੱਚ ਕੀ ਆ ਜ਼ਿਆਦਾ ਜੇ severely effect ਹੈ ਇਹਦਾ infectious ਦਾ ਤਾਂ ਇਹ ਜ਼ਿਆਦਾ ਉਹਨੂੰ ਜ਼ਿਆਦਾ ਡੈਮੇਜ ਕਰ ਸਕਦੀ ਆ ਮਿਊਕੋਜ਼ਲ ਲੇਅਰ ਨੂੰ ਅਦਰਵਾਈਜ਼ short period ਦੇ ਵਿੱਚ ਕੀ ਆ ਕਿਉਰ ਹੋ ਜਾਂਦਾ. Pathophysiology of the acute gastritis is the mucosal lining of the stomach normally protect it from the actions of gastric acid. This mucosal barrier is composed of prostaglandin. Due to the any causes means कि etiological any reasons ਦੇ ਕਰਕੇ कि patients ਨੂੰ gastritis ਦਾ infections ਹੋ ਸਕਦਾ ਕਿਵੇਂ like ਕਿਸੇ bacterial infections ਦਾ attack ਹੈ ਜਾਂ ਉਹਦੇ diet plan poor ਹੋਣ ਕਰਕੇ ਜਾਂ patients ਦੇ ਵਿੱਚ ਕੀ ਆ ਕਿ ਬੈਵਰੇਜ ਨੇ ਐਕਸੈਸਿਵਲੀ ਹੀਟ ਜਿਹੜੀ ਹੈਗੀ ਆ ਉਹਨੂੰ ਕੰਜ਼ਿਊਮ ਕਰਨ ਦੇ ਨਾਲ ਪੇਸ਼ੈਂਟਸ ਦੇ ਵਿੱਚ ਇਹ ਇਫੈਕਟ ਆ ਸਕਦੇ ਆ. ਦਿਸ ਬੈਰੀਅਰ ਇਜ਼ ਦਾ ਪੈਨੀਟ੍ਰੇਟਿੰਗ ਜਿਵੇਂ ਜਿਵੇਂ ਬੈਰੀਅਰਸ ਨੇ ਜਿਹੜੇ ਇਹ ਕੀ ਆ ਰੋਸਟ ਕੰਡੀਸ਼ਨ ਦੇ ਵਿੱਚ ਸੀਵੀਅਰਸ ਹੁੰਦੇ ਜਾਂਦੇ ਨੇ then ਕੀ ਆ ਹਾਈਡਰੋਕਲੋਰਿਕ ਐਸਿਡਸ ਕਮ ਇਨਟੂ ਦਾ ਕੰਟੈਕਟ ਵਿਦ ਦਾ ਮਿਊਕੋਜ਼ਾ ਫਿਰ ਇਹ ਕੀ ਹੁੰਦੇ ਨੇ ਪੈਨੀਟ੍ਰੇਟਿਡ ਬੈਰੀਅਰ ਜਿਹੜੇ ਕੀ ਆ ਬੈਕਟੀਰੀਅਲ ਫਾਰਮ ਜਾਂ ਫਿਰ ਈਟੀਓਲੋਜੀਕਲ ਫੈਕਟਰਸ ਨੇ
ਉਹ ਹਾਈਡਰੋਕਲੋਰਿਕ ਐਸਿਡਸ ਦੇ ਨਾਲ ਕੀ ਆ ਕਮਸ ਇਨ ਦਾ ਕੰਟੈਕਟ ਦੇ ਵਿੱਚ ਆ ਜਾਂਦੇ ਨੇ ਤੇ ਮਿਊਕੋਜ਼ਲ ਲੇਅਰਸ ਦੀ ਜਿਹੜੀ ਆ ਕੋਡਿੰਗ ਹੈ ਉਹਦੇ ਉੱਤੇ ਕੰਟੈਕਟ ਕਰ ਲੈਂਦੇ ਆਪਣਾ ਦੈਨ ਕੀ ਕਰਦੇ ਨੇ ਜਦੋਂ ਮਿਊਕੋਜ਼ਲ ਲੇਅਰ ਨੂੰ ਕਵਰ ਕਰ ਲੈਂਦੇ ਨੇ ਸਟਮਕ ਦੀ ਨੂੰ ਦੈਨ ਉਸ ਏਰੀਆ ਦੇ ਵਿੱਚ ਬਲੱਡ ਸਪਲਾਈ ਪ੍ਰੋਵਾਈਡ ਕਰਵਾਉਣ ਵਾਲੀਆਂ ਇੰਜਰੀ ਟੂ ਦਾ ਸਮਾਲ ਵੈਸਲਸ ਹੁਣ ਸਮਾਲ ਵੈਸਲਸ ਨੂੰ ਉਹ ਕੀ ਹੈ ਡੈਮੇਜ ਕਰਨਾ ਸ਼ੁਰੂ ਕਰ ਦਿੰਦੇ ਆ ਜਦੋਂ ਜਿਹੜੀਆਂ ਸਮਾਲ ਵੈਸਲਸ ਨੇ ਉਹਨਾਂ ਨੂੰ ਇੰਜਰੀ ਕਰਨਗੇ ਦੈਨ ਕੀ ਹੋਏਗਾ ਕਿ ਪੇਸ਼ੈਂਟ ਨੂੰ ਇੰਟਰਨਲੀ ਕੀ ਹੋਏਗਾ ਹੈਮੋਰੇਜ ਹੋਏਗੀ ਜਿਹੜੀ ਫਰਦਰ ਇੰਡੀਕੇਟ ਕੀ ਕਰੇਗੀ ਪੈਪਟਿਕ ਅਲਸਰ ਨੂੰ ਜਦੋਂ ਪੇਸ਼ੈਂਟਸ ਦੇ ਬਲੱਡ ਵੈਸਲਸ ਨੇ ਜਿਹੜੀਆਂ ਉਹ ਡੈਮੇਜ ਹੋਣਗੀਆਂ ਇਨਫਲੇਮੇਟਰੀ ਫਾਰਮ ਦੇ ਹਮੇਸ਼ਾ ਸਿੰਪਟਮਸ ਕੀ ਹੁੰਦਾ ਕਿ ਇਨਰ ਸਾਈਡਡ ਮਿਊਕੋਜ਼ਲ ਲੇਅਰ ਦੇ ਵਿੱਚ ਕੀ ਹੋਏਗਾ ਅਡੀਮਾ ਹੈਮੋਰੇਜ ਪੋਸੀਬਲ ਅਲਸਰ ਫਾਰਮੇਸ਼ਨ ਹੁਣ ਪੇਸ਼ੈਂਟਸ ਦੇ ਕੀ ਹੈ ਕਿ ਜਦੋਂ ਵੇਨਸ ਨੇ ਜਿਹੜੀਆਂ ਓਪਨ ਫਾਰਮ ਦੇ ਵਿੱਚ ਆ ਗਈਆਂ ਤਾਂ ਪੇਸ਼ੈਂਟਸ ਕੀ ਹੋਏਗਾ ਅਲਸਰ ਹੈ ਜਿਹੜਾ ਉਹ ਡਿਵੈਲਪ ਹੋਏਗਾ ਕਲੀਨਿਕਲ ਮੈਨੀਫੈਸਟੇਸ਼ਨ ਦੇ ਵਿੱਚ ਕੀ ਹੈ ਐਪੀਗੈਸਟ੍ਰਿਕ ਡਿਸਕੰਫਰਟ ਹੋਏਗਾ ਪੇਸ਼ੈਂਟਸ ਨੂੰ ਅਬਡੋਮੀਨਲ ਟੈਂਡਰਨੈਸ ਹੋਏਗੀ ਕ੍ਰੈਂਪਿੰਗ ਹੋਏਗੀ ਬਲੈਂਚਿੰਗ ਕੀ ਹੁੰਦਾ ਹੈ ਕਿ ਇੱਕ ਬਰਪ ਹੁੰਦਾ ਹੈ ਕਿ ਜਿਹੜਾ ਸ਼ਾਰਟ ਫਾਰਮ ਚ ਹੁੰਦਾ ਬਲੈਂਚਿੰਗ ਥੋੜਾ ਜਿਹਾ ਉਸ ਤੋਂ ਸੀਵੀਅਰ ਕੰਡੀਸ਼ਨਸ ਦੇ ਵਿੱਚ ਹੁੰਦਾ ਹੈ ਕਿ ਬਰਪ ਹੋਣਾ ਪੇਸ਼ੈਂਟਸ ਨੂੰ ਰਿਫਲੈਕਸਿੰਗ ਸੀਵੀਅਰ ਨੌਜ਼ੀਆ ਐਂਡ ਵੋਮਿਟਿੰਗ hematemesis sometime of the GI bleeding is only manifestations when contaminated food is cause of the gastritis diarrhea usually develop within the 5 hour of the indigestions ਪੇਸ਼ੈਂਟ ਨੂੰ ਅਕਿਊਟ ਫਾਰਮ ਦੇ ਵਿੱਚ ਕੀ ਹੈ ਕਿ ਇਹ ਸਿੰਪਟਮ ਈਜ਼ਲੀ ਵਿਜ਼ੂਅਲਾਈਜ਼ਡ ਹੋ ਜਾਂਦੇ ਨੇ ਜੇ ਪੇਸ਼ੈਂਟਸ ਨੇ ਕੰਟੈਮੀਨੇਟਡ ਫੂਡ ਮੀਨਸ ਕੀ ਹੈ ਸਟਰੀਟ ਫੂਡ ਲਿਆ ਉਸ ਤੋਂ ਬਾਅਦ ਚ ਪੇਸ਼ੈਂਟਸ ਨੂੰ ਕਈ ਵਾਰ ਕੀ ਹੈ ਕਿ ਫੂਡ ਪੋਇਜ਼ਨਿੰਗ ਹੁੰਦੀ ਹੈ ਤਾਂ ਉਹਦੇ ਵਿੱਚ ਈਜ਼ਲੀ ਕੀ ਹੈ ਕਿ ਉਹ ਜਿਹੜਾ ਡਾਈਜੈਸਟਿਵ ਸਿਸਟਮ ਦੇ ਵਿੱਚ ਕੀ ਹੈ ਉਹਨੂੰ ਡਾਇਰੀਅਲ ਜਿਹੜੇ ਸਿੰਪਟਮਸ ਨੇ ਉਹ ਸੀਵੀਅਰਲੀ ਹੋ ਜਾਣਗੇ ਵਿਦਿਨ ਅ 5 ਆਵਰਸ Next is the diagnostic finding. Diagnosis is based on detailed history of food intake, medication taken, and any disorder related to the gastritis. ਪੇਸ਼ੈਂਟਸ ਨੂੰ ਅਸੀਂ ਹਿਸਟਰੀ ਦੇ ਬਿਹਾਫ ਤੇ ਹੁੰਦਾ ਕਿ ਕੁਝ ਪੇਸ਼ੈਂਟਸ ਕਿਹੜੀਆਂ ਮੈਡੀਸਿਨਸ ਲੈ ਰਹੇ ਨੇ ਜਾਂ ਉਹ ਡਾਈਟ ਦੇ ਵਿੱਚ ਕੁਝ ਲੋਕ ਚਾਹ ਦਾ ਜਿਹੜੀ ਡਿਊਰੇਸ਼ਨ ਹੈ ਉਹ 4 to 5 ਟਾਈਮਸ ਮੋਰ ਦੈਨ ਹੈ ਤਾਂ ਉਹਦੇ ਕਰਕੇ ਵੀ ਪੇਸ਼ੈਂਟਸ ਨੂੰ ਡਿਸਆਰਡਰ ਹੋ ਸਕਦਾ ਮਿਊਕਸਲ ਲਾਈਨਿੰਗ ਜਿਹੜਾ ਗੈਸਟ੍ਰਿਕ ਐਸਿਡ ਹੈ ਉਹ ਪ੍ਰੋਡਿਊਸ ਹੋਣ ਦੇ ਨਾਲ ਉਹਦੀ ਲਾਈਨਿੰਗ ਹੈ ਜਿਹੜੀ ਉਹ ਇਰੀਗੇਟ ਹੋ ਸਕਦੀ ਹੈ ਜਾਂ ਫਿਰ ਪੇਸ਼ੈਂਟਸ ਦੇ ਵਿੱਚ ਕੀ ਹੈ ਕਿ ਸਟਰੀਟ ਫੂਡ ਹੈ ਜਾਂ ਯੰਗ ਫੂਡ ਦਾ ਜ਼ਿਆਦਾ ਕੰਜ਼ੰਪਸ਼ਨਸ ਹੋ ਰਹੀ ਹੈ ਉਹਦੇ ਕਰਕੇ ਵੀ ਪੇਸ਼ੈਂਟਸ ਦੀ ਮਿਊਕਸ ਹੈ ਜਿਹੜੀ ਉਹ ਇਨਫੈਕਟਡ ਹੋ ਸਕਦੀ ਹੈ ਸੋ ਫਰਸਟ ਇਹ ਪ੍ਰੋਪਰਲੀ ਹੈ ਹਿਸਟਰੀ ਟੇਕਿੰਗ ਲੈਣੀ ਹੈ ਪੇਸ਼ੈਂਟਸ ਤੋਂ the physicians may also perform a gastroscopic examination with endoscopy endoscopy ਕੀ ਹੁੰਦੀ ਹੈ ਕਿ ਇੱਕ ਵਿਜ਼ੂਅਲਾਈਜ਼ਡ ਕੈਮਰਾ ਸਕਰੀਨਿੰਗ ਹੁੰਦੀ ਹੈ ਜਿਹਦੇ ਨਾਲ ਕੀ ਹੈ ਕਿ ਪੇਸ਼ੈਂਟਸ ਦੇ ਜੀਆਈ ਸਿਸਟਮ ਫਰਮ ਟੂ ਦਾ ਮਾਊਥ ਤੋਂ ਲੈ ਕੇ ਉਹ ਇਨਸਰਟਡ ਹੁੰਦੀ ਹੈ ਜਿਹਦੇ ਵਿੱਚ ਕੀ ਹੈ ਮਾਊਥ ਇਸੋਫੇਗਸ ਪਲਸ ਸਟਮਕ ਨੂੰ ਅਸੀਂ ਪ੍ਰੋਪਰਲੀ ਡਿਊਡਨਮ ਤੱਕ ਵਿਜ਼ੂਅਲਾਈਜ਼ਡ ਕਰਦੇ ਆ ਇਨਰ ਮਿਊਕਸ ਲੇਅਰ ਦੇ ਵਿੱਚ ਅਲਸਰ ਫਾਰਮੇਸ਼ਨਸ ਔਰ ਉਹਦੇ ਵਿੱਚ ਇਰੋਸ਼ਨਸ ਮੀਨਸ ਕੀ ਆ ਕਿ ਜਿਹੜੀ ਟੀਅਰਿੰਗ ਫਾਰਮ ਦੇ ਵਿੱਚ ਉਹਦੇ ਵਿੱਚ ਡਿਵੈਲਪ ਹੋਈਆਂ ਹੋਣਗੀਆਂ ਬਲੱਡ ਵੈਸਲਸ ਦੇ ਉਹਨਾਂ ਨੂੰ ਅਸੀਂ ਆਬਜ਼ਰਵ ਕਰ ਸਕਦੇ ਹਾਂ ਇੰਟਰਨਲੀ Histological examinations by biopsy of the sample ਹੁਣ ਜਦੋਂ ਅਸੀਂ ਪੇਸ਼ੈਂਟਸ ਦੀ ਐਂਡੋਸਕੋਪੀ ਕਰਨ ਗਏ ਆ ਤਾਂ ਉਦੋਂ ਅਸੀਂ ਪੇਸ਼ੈਂਟਸ ਦੇ ਨਾਲ ਹੀ ਹਿਸਟਰੀ ਤੇ ਹਫਤੇ ਐਗਜ਼ਾਮੀਨੇਸ਼ਨਸ ਕਰਾਂਗੇ ਬਾਇਓਪਸੀ ਪੀਸ ਤੇ ਸੈਂਪਲ ਤੇ ਕਿ ਕਾਰਸੀਨੋਮਾ ਤਾਂ ਨਹੀਂ ਹੈ ਜਾਂ ਪੈਪਟਿਕ ਅਲਸਰ ਹੈ ਉਹਨਾਂ ਦੋਨਾਂ ਦੇ ਵਿੱਚੋਂ ਡਿਫਰੈਂਸ ਫਾਈਂਡ ਆਊਟ ਨੇ ਐਕੂਰੇਟ ਟ੍ਰੀਟਮੈਂਟ ਸਿਲੈਕਸ਼ਨਸ ਦੇ ਲਈ ਉਦੋਂ ਸੈਂਪਲ ਹੈ ਜਿਹੜਾ ਉਸ ਨੂੰ ਲੈਬੋਰੇਟਰੀ ਦੇ ਵਿੱਚ ਸੈਂਡ ਕੀਤਾ ਜਾਏਗਾ The next one is to the medical management. Antiemetic drugs like injections, Perinom or tablet, Domperidone are frequently effective in vomiting. ਹੁਣ ਪੇਸ਼ੈਂਟਸ ਦੇ ਵਿੱਚ ਕੀ ਹੈ ਕਿ ਜਦੋਂ ਮਿਊਕੋਜ਼ਲ ਲਾਈਨਿੰਗ ਹੈ ਉਹਦੇ ਵਿੱਚ ਅਡੀਮਾ ਆਇਆ ਹੁੰਦਾ ਔਰ ਗੈਸਟ੍ਰਿਕ ਐਸਿਡ ਹੈ ਜਿਹੜਾ ਉਹਦੇ ਵਿੱਚ ਇਰੀਗੇਸ਼ਨਸ ਹੋਣ ਕਰਕੇ ਪੇਸ਼ੈਂਟਸ ਨੂੰ ਰਿਫਲੈਕਸਸ ਆਉਂਦੇ ਆ ਰਿਫਲੈਕਸਸ ਮੀਨਸ ਬੈਕ ਫਲੋ ਹੁੰਦਾ ਵੋਮਿਟਿੰਗ ਜਿਹਦੇ ਵਿੱਚ ਪੇਸ਼ੈਂਟ ਨੂੰ ਫਰਦਰ ਕੀ ਹੋ ਸਕਦਾ ਕਿ ਈਸੋਫੇਗਲ ਇਰੋਸ਼ਨ ਹੋਣ ਦੇ ਚਾਂਸਸ ਔਰ ਈਸੋਫੇਗਜਾਈਟਿਸ ਵੀ ਹੋ ਸਕਦਾ ਸੋ ਉਸ ਚੀਜ਼ ਨੂੰ ਪ੍ਰੀਵੈਂਟ ਕਰਨ ਦੇ ਲਈ ਅਸੀਂ ਪੇਸ਼ੈਂਟਸ ਨੂੰ ਕੀ ਹੈ ਐਂਟੀਮੈਟਿਕ ਮੈਡੀਕੇਸ਼ਨਸ ਦੇਵਾਂਗੇ ਜਿਹਦੇ ਨਾਲ ਕਿ ਗੈਸਟ੍ਰਿਕ ਐਸਿਡ ਹੈ ਜਿਹੜਾ ਉਹ ਬੈਕ ਫਲੋ ਈਸੋਫੇਗਸ ਦੇ ਵਿੱਚ ਨਹੀਂ ਆਏਗਾ Antacids like to the cimetidine, rentadine or famotidines are effectively to reduce the pain. ਹੁਣ antacids ਕੀ ਕਰਦੀਆਂ ਨੇ ਕਿ ਜਿਹੜੀਆਂ mucous lining ਦੀ burning sensations ਹੋ ਰਹੀਆਂ ਨੇ burping ਹੋ ਰਹੀ ਹੈ blanching ਹੋ ਰਹੀ ਆ ਉਸ ਨੂੰ reduce ਕਰਨੀ ਹੈ ਤੇ further ਕੀ ਹੈ ਜਿਹੜਾ gastric acid ਹੈ ਉਹਦੀ absorptions ਨੂੰ reduce ਕਰਨੀ ਹੈ if indigestions of non-steroid anti-inflammatory is the problem then ਕੀ ਆ
prostaglandin E1 along may be is prescribed to protect the stomach mucosa and inhibit gastric acid secretion। ਹੁਣ ਇਹਦੇ ਵਿੱਚ ਕੀ ਆ ਕਿ ਇਹ ਜਿਹੜੀਆਂ ਮੈਡੀਕੇਸ਼ਨਸ ਕੀ ਕਰਨਗੀਆਂ, ਪ੍ਰੋਸਟੈਗਲੈਂਡਾਈਨਸ ਮੈਡੀਕੇਸ਼ਨ ਗੈਸਟ੍ਰਿਕ ਐਸਿਡ ਜਿਹੜੀਆਂ ਹਿਸਟਾਮਾਈਨਸ ਡਰੱਗਸ ਫਾਰਮ ਦੇ ਵਿੱਚ ਹੁੰਦੀਆਂ ਨੇ, ਜਿਹੜੀਆਂ ਗੈਸਟ੍ਰਿਕ ਐਸਿਡ ਦੀ ਸਕ੍ਰੀਸ਼ਨਸ ਦੀ ਪ੍ਰੋਡਕਸ਼ਨ ਨੂੰ ਹੀ ਰਿਡਿਊਸ ਕਰ ਦੇਣਗੀਆਂ, ਜਿਹਦੇ ਨਾਲ ਗੈਸਟ੍ਰਿਕ ਐਸਿਡ ਘੱਟ ਪ੍ਰੋਡਿਊਸ ਹੋਏਗਾ ਔਰ ਉਹਦਾ ਰਿਗਰਗੀਏਸ਼ਨ ਜਿਹੜਾ ਸਟਮਕ ਐਸਿਡ ਦੇ ਵਿੱਚ ਨਹੀਂ ਹੋਏਗਾ, ਤੇ ਜਿਹਦੇ ਕਰਕੇ ਕੀ ਹੈ ਡਿਸੀਜ਼ ਹੈ ਜਿਹੜੀ ਉਹ ਪੇਸ਼ੈਂਟਸ ਦੀ ਨਾਰਮਲੀ ਉਹਦੇ ਜਿਹੜੇ ਸਿੰਪਟਮਸ ਨੇ ਉਹ ਪ੍ਰੋਟੈਕਟਡ ਹੋ ਜਾਣਗੇ, ਕਿਉਂਕਿ ਪੇਸ਼ੈਂਟਸ ਦੀ ਜੇ ਕਿਸੇ ਸਿਸਟਮੈਟਿਕ ਬਿਹਾਫ ਦੇ ਉੱਤੇ ਨਾਨ ਸਟਰਾਇਡ ਐਂਟੀ ਇਨਫਲੇਮੇਟਰੀ ਚੱਲ ਰਹੀ ਹੈ ਤਾਂ ਉਹਦੇ ਨਾਲ ਅਲੋਂਗ ਵਿਦ ਅਸੀਂ ਉਹਦੇ ਨਾਲ ਉਸਨੂੰ ਕੰਟੀਨਿਊ ਕਰਕੇ ਉਸਨੂੰ ਪ੍ਰੋਸਟੈਗਲੈਂਡਾਈਨ ਮੈਡੀਸਿਨ ਹੈ ਜਿਹੜੀ ਉਹ ਪ੍ਰਿਸਕ੍ਰਾਈਬ ਕਰਦੇ ਹਾਂ। Next is that dietary therapy. Initially, foods and fluids are withheld until nausea and vomiting subside. ਜਿੰਨੀ ਦੇਰ ਤੱਕ ਪੇਸ਼ੈਂਟਸ ਨੂੰ nausea and vomiting ਹੋ ਰਿਹਾ ਉਨੀ ਦੇਰ ਤੱਕ ਉਹਨਾਂ ਨੂੰ ਸਟਾਪ ਕਰ ਦੇਣਾ, ਵਿਦਡਰਾਲ ਕਰ ਦੇਣਾ, ਵਿਦਹੋਲਡ ਕਰ ਦੇਣਾ, ਜਿਹਦੇ ਕਰਕੇ ਕੀ ਹੋਏਗਾ ਕਿ ਪੇਸ਼ੈਂਟਸ ਦੇ ਵਿੱਚ ਰਿਫਲੈਕਸਿਸ ਨੇ ਜਿਹੜੇ ਉਹ ਬੈਕ ਫਲੋ ਨਾਲ ਰਿਡਿਊਸ ਹੋ ਜਾਏਗਾ ਔਰ ਆਟੋਮੈਟਿਕਲੀ ਹੈ ਕਿ ਜਿਹੜਾ ਗੈਸਟ੍ਰਿਕ ਐਸਿਡ ਹੈ ਉਹ ਈਸੋਫੇਗਸ ਨੂੰ ਇਫੈਕਟ ਕਰਨਾ ਬੰਦ ਕਰ ਦੇਗਾ ਤੇ ਉੱਥੇ ਇਰੋਸਿਸ ਨੇ ਜਿਹੜੇ ਉਹ ਨਹੀਂ ਡਿਵੈਲਪ ਹੋਣਗੇ। Once the client tolerate food, the diet includes the decaffeinated tea, gluten's, toast and simple bland food. Patients ਨੂੰ ਅਸੀਂ decaffeinated tea ਦੇ ਵਿੱਚ ਹੁੰਦੀਆਂ ਕਿ ਜਿੱਦਾਂ green tea ਹੋ ਗਿਆ, lemon tea ਹੋ ਗਈ, ਉਹਦੇ ਵਿੱਚ ਅਸੀਂ ਪੇਸ਼ੈਂਟਸ ਨੂੰ ਪ੍ਰਿਸਕ੍ਰਾਈਬ ਕਰ ਸਕਦੇ ਹਾਂ। ਕੈਫੀਨੇਟਡ ਹੁੰਦੀਆਂ ਨੇ ਜਿਹੜੀਆਂ ਕੀ ਆ ਬਲੈਕ ਟੀਜ਼ ਦੇ ਫਾਰਮ ਦੇ ਵਿੱਚ ਆ ਜਾਂਦੀਆਂ ਨੇ। ਗਲੈਟਾਡੀਨਸ ਫਰਦਰ ਕੀ ਆ ਟੋਸਟਡ ਜਾਂ ਪੇਸ਼ੈਂਟਸ ਨੂੰ ਅਸੀਂ ਫਾਰਮ ਦੇ ਵਿੱਚ ਦੇ ਸਕਦੇ ਹਾਂ ਕਿ ਜਿਹੜੇ ਸਿੰਪਲੀ ਬਲੈਂਡਡ ਫੂਡ ਹੁੰਦੇ ਨੇ, ਬਲੈਂਡਡ ਜਿਹੜੇ ਕੀ ਆ ਸਮੂਥੀ ਟਾਈਪ ਦੇ ਵਿੱਚ ਫੂਡਸ ਅਵੇਲੇਬਲ ਹੋਣਗੇ, ਉਹਨਾਂ ਨੂੰ ਅਸੀਂ ਪੇਸ਼ੈਂਟਸ ਨੂੰ ਪ੍ਰੋਵਾਈਡ ਕਰਵਾਉਣੇ ਆ। ਦ ਕਲਾਇੰਟ ਸ਼ੁੱਡ ਅਵੋਇਡ ਸਪਾਈਸੀ ਫੂਡ, caffeine and the large and heavy meals। ਹੁਣ ਪੇਸ਼ੈਂਟਸ ਨੂੰ vomiting and nausea ਹੋ ਰਿਹਾ, ਸੋ ਇਸ ਕਰਕੇ ਪੇਸ਼ੈਂਟਸ ਨੇ heavy meals ਨਹੀਂ ਲੈਣਾ। ਪੇਸ਼ੈਂਟ frequently ਲੈ ਸਕਦਾ, 5 to 6 meal in a day ਲੈ ਸਕਦਾ, ਜਿਹਦੇ ਨਾਲ ਉਹਨੂੰ ਰਿਗਰਗੀਏਟ ਨਹੀਂ ਹੋਏਗਾ ਔਰ ਬੈਕ ਫਲੋ ਨਹੀਂ ਹੋਏਗਾ। ਔਰ ਸਪਾਈਸੀ ਫੂਡ ਜਿਹੜੇ ਪੇਸ਼ੈਂਟਸ ਦੀ ਮਿਊਕਸ ਲਾਈਨਿੰਗ ਨੂੰ ਇਰੀਗੇਟ ਕਰਦੇ ਆ, ਸਪਾਈਸੀ ਫੂਡ ਨਹੀਂ ਲੈਣੀ, ਸੋ ਅਸੀਂ ਪੇਸ਼ੈਂਟਸ ਨੂੰ ਬਲੈਂਡ ਡਾਈਟ ਆ ਜਿਹੜੀ ਫਸਟ ਸਟੇਜ ਤੇ ਅਸੀਂ ਉਸਨੂੰ ਪ੍ਰਸਕ੍ਰਾਈਬ ਕਰ ਸਕਦੇ ਹਾਂ। In the continuous absence of nausea, vomiting and bloating, the client can slowly return to a normal diet। ਜਿਹੜੇ ਪੇਸ਼ੈਂਟਸ ਨੂੰ bloating, vomiting, nausea ਜਦੋਂ ਉਹ ਕੰਟੀਨਿਊਸ ਫਾਰਮ ਦੇ ਵਿੱਚ ਐਬਸੈਂਟ ਹੋ ਸਕਦਾ ਤਾਂ ਕਲਾਇੰਟ ਹੈ ਜਿਹੜਾ ਉਹ ਆਪਣੇ ਨਾਰਮਲ ਡਾਈਟਰੀ ਪੈਟਰਨਸ ਮੀਨਸ ਕੀ ਹੈ ਵੈਜ, ਦਾਲ ਔਰ ਚਪਾਤੀ ਨਾਰਮਲ ਡਾਈਟ ਹੈ ਜਿਹੜਾ ਉਹ ਲੈ ਸਕਦਾ। The second one is type of the gastritis is the chronic gastritis. Chronic gastritis occur in the 3 different forms. The first one is to the superficial gastritis, which cause a reddened edematous mucosa with the small erosions and the hemorrhage। ਜਿਹਦੇ ਵਿੱਚ ਕੀ ਹੈ ਕਿ ਸੁਪਰਫਿਸ਼ੀਅਲ ਲੇਅਰ ਹੈ ਜਿਹੜੀ ਸਟਮਕ ਦੀ ਮਿਊਕੋਜ਼ਲ ਲੇਅਰ ਉਹਦੇ ਉੱਤੇ ਇਹ ਡਿਵੈਲਪ ਹੋਏਗਾ, ਜਿਹਦੇ ਨਾਲ ਇਨਫਲੇਮੇਟਰੀ ਫਾਰਮ ਦੇ ਵਿੱਚ ਇਹਦੇ ਕੋਲ ਸਿੰਪਟਮਸ ਹੋਣਗੇ ਕਿ ਰੈਡਨੈਸ ਔਰ ਐਡੀਮਾ ਹੋਏਗਾ ਪੇਸ਼ੈਂਟਸ ਦੇ। ਇਰੋਜ਼ਨਸ ਮੀਨਸ ਸਮੌਲ ਜਿਹੜੇ ਨੇ ਉਹਦੇ ਵਿੱਚ ਟੀਅਰ ਫਾਰਮ ਦੇ ਵਿੱਚ ਅਲਸਰ ਹੋ ਸਕਦੇ ਨੇ ਜਾਂ ਉਹਦੇ ਵਿੱਚ ਇੱਕ ਰਿੰਗ ਲਾਈਕ ਦੀਆਂ ਨਾਰਮਲ ਟੀਅਰਸ ਹੋਣਗੇ ਤੇ ਜਿਨ੍ਹਾਂ ਦੇ ਵਿੱਚੋਂ ਮਾਈਲਡ ਫਾਰਮ ਦੇ ਵਿੱਚ ਕੀ ਆ ਹੈਮੋਰੇਜ ਹੋਏਗੀ। Next one is to the ectopic gastritis, which occur in all layer of the stomach। ਜਿਹਦੇ ਵਿੱਚ ਕੀ ਹੈ ਮਿਊਕੋਜ਼ਲ, ਸਬ ਮਿਊਕੋਜ਼ਲ, ਫਲਸਟ ਗੈਸਟ੍ਰਿਕ ਐਸਿਡ ਦੀਆਂ ਲੇਅਰਸ ਨੇ ਜਿਹੜੀਆਂ ਉਹ ਸਾਰੀਆਂ ਇਨਵੋਲਵ ਹੋ ਜਾਣਗੀਆਂ। develop frequently into the associated with the gastric ulcer and gastric cancer। ਹੁਣ ਇਹਦੇ ਵਿੱਚ ਕੀ ਹੈ ਕਿ ਮੇਨਲੀ ਉਹ ਕੀ ਹੋਏਗਾ ਕਿ ਅਲਸਰਿਕ ਫਾਰਮ ਦੇ ਵਿੱਚ ਆ ਜਾਏਗਾ ਜਾਂ ਅਸੀਂ ਉਸ ਨੂੰ ਗੈਸਟ੍ਰਿਕ ਕੈਂਸਰ ਦੇ ਫਾਰਮ ਦੇ ਵਿੱਚ ਆਏਗਾ। that is that depends on the biopsy test and the invariably present in the pernicious anemia। it is characterized by the decreasing the number of prenatal and the staph cell। ਹੁਣ ਇਹਦੇ ਵਿੱਚ ਕੀ ਆ pernicious anemia ਦੇ ਵਿੱਚ ਕੀ ਹੁੰਦਾ ਕਿ ਵਿਟਾਮਿਨ B12 ਦੀ ਜਿਹੜੀ ਆ ਡੈਫੀਸ਼ੀਐਂਸੀ ਹੋ ਜਾਂਦੀ ਆ, ਜਿਹਦੇ ਕਰਕੇ ਵਿਟਾਮਿਨਸ ਪ੍ਰੋਪਰਲੀ ਹੈ ਕਿ ਨਿਊਟ੍ਰੀਐਂਟ ਦੇ ਵਿੱਚ ਕਨਵਰਟ ਨਹੀਂ ਹੁੰਦੇ, ਫਰਦਰ ਬਲੱਡ ਸਰਕੂਲੇਸ਼ਨ ਆ ਜਿਹੜੀ ਉਹ ਡਿਫੈਕਟਡ ਨੇ ਜਿਹੜੇ ਸਟਾਰਟ ਹੋ ਜਾਂਦੇ ਆ। ਲਾਈਕ ਦੈਟ ਕਿ parental and the staph cells means ਸੈਲ ਸਟਰਕਚਰ ਫਾਰਮ ਆ ਜਿਹੜਾ ਸੈਲ ਆਰਬੀਸੀ ਦਾ ਉਹ ਪ੍ਰੋਪਰਲੀ ਨਹੀਂ ਹੁੰਦਾ, ਜਿਹਦੇ ਕਰਕੇ ਪੇਸ਼ੈਂਟਸ ਨੂੰ B612 ਅਨੀਮੀਆ ਹੋਣ ਦੇ ਨਾਲ ਬਲੱਡ ਸਰਕੂਲੇਸ਼ਨ ਡਿਸਆਰਡਰਸ ਨੇ ਜਿਹੜੇ ਉਹ ਡਿਵੈਲਪ ਹੋ ਜਾਂਦੇ ਆ। ਹਾਈਪਰਟ੍ਰੋਪਿਕ ਗੈਸਟ੍ਰਾਈਟਸ ਪੇਸ਼ੈਂਟਸ ਦੇ ਵਿੱਚ ਕੀ ਆ ਹਾਈਪਰਟ੍ਰੋਪਿਕ ਹੋ ਜਾਣਾ which produce a dull or nodular mucosa which is irregular, thickened and nodular ruggage hemorrhage occur frequently। ਨੋਡੂਲਰ ਫਾਰਮਸ ਵਿੱਚ ਕੀ ਹੁੰਦਾ ਕਿ ਉਹਦੇ ਵਿੱਚ ਨਡਿਊਲਸ ਬਣ ਜਾਂਦੀਆਂ, ਗੱਠਾਂ ਫਾਰਮ ਦੇ ਵਿੱਚ ਜਿਹੜਾ ਉਹਦੀ ਹਾਈਪਰਟ੍ਰੋਫੀ ਉਹਦਾ ਸਾਈਜ਼ ਹੈ ਜਿਹੜਾ ਇਨਕਰੀਜ਼ ਹੋ ਜਾਂਦਾ, ਜਿਹੜਾ ਕਿ ਇਰੈਗੂਲਰ ਥਿਕਨਿੰਗ ਉਹਦੇ ਵਿੱਚ ਕੀ ਆ ਥਿਕ ਹੋ ਜਾਂਦੀ ਹੈ, ਉਹਦੀਆਂ ਲੇਅਰਸ ਨੇ ਜਿਨ੍ਹਾਂ ਦੇ ਵਿੱਚੋਂ ਈਜ਼ੀਲੀ ਕੀ ਆ ਹੈਮੋਰੇਜ ਆ ਜਿਹੜੀ ਉਹ ਅਲਸਰ ਫਾਰਮ ਦੇ ਵਿੱਚੋਂ ਹੁੰਦੀ ਰਹਿੰਦੀ ਆ।
ਈਟੀਓਲੋਜੀਕਲ ਫੈਕਟਰਸ ਕੀ ਬਣਦੇ ਆ ਤਾਂ ਪੈਪਟਿਕ ਅਲਸਰ ਡਿਸੀਜ਼। ਹੁਣ ਇਹਦੇ ਵਿੱਚ ਕੀ ਹੈ ਕਿ ਅਲਸਰ ਫਾਰਮ ਜਦੋਂ ਤਿੰਨੇ ਲੇਅਰਸ ਦੇ ਵਿੱਚ ਹੋ ਗਿਆ ਤਾਂ ਦੈਨ ਹੈਪੈਟਿਕ ਦੀਆਂ ਆਲ ਲੇਅਰਸ ਦੇ ਵਿੱਚ ਇਨਕਲੂਡਡ ਹੋਣ ਤੋਂ ਬਾਅਦ ਚੋਂ ਕੀ ਹੋ ਜਾਊਗਾ ਪੈਪਟਿਕ ਅਲਸਰ। ਇਨਫੈਕਸ਼ਨਸ ਵਿਦ ਦਾ ਹੈਲੀਕੋਬੈਕਟਰ ਪੋਲਰੀ, H ਪੋਲਰੀ ਬੈਕਟੀਰੀਆ ਦਾ ਇਨਫੈਕਸ਼ਨਸ ਹੋ ਗਿਆ। ਗੈਸਟ੍ਰਿਕ ਸਰਜਰੀ ਮੇ ਲੀਡ ਟੂ ਦਾ ਕ੍ਰੋਨਿਕ ਗੈਸਟ੍ਰਾਈਟਿਸ। ਹੁਣ ਜਿਹੜੀਆਂ ਗੈਸਟ੍ਰਿਕ ਸਰਜਰੀ ਦੇ ਵਿੱਚ ਕੀ ਹੈ ਐਨਟੋਮਸ ਪਾਰਟ ਨੂੰ ਅਸੀਂ ਰਿਮੂਵਡ ਕਰ ਦਿੰਦੇ ਆ, ਸੋ ਉਹ ਫਰਦਰ ਕੀ ਹੈ ਗੈਸਟ੍ਰਿਕ ਜਿਹੜਾ ਸਟਿਚਸ ਲੱਗੇ ਨੇ ਔਰ ਜਿਹੜਾ ਉਹਦਾ ਅਲਸਰ ਹੈ ਆਫਟਰ ਟੂ ਦਾ ਸਰਜਰੀ, ਜੇ ਉਹਦੇ ਵਿੱਚ ਕੋਈ ਅਬਨੋਰਮੈਲਿਟੀ ਡਿਵੈਲਪ ਹੁੰਦੀ ਹੈ ਜਾਂ ਲੀਕੇਜ ਹੁੰਦੀ ਹੈ ਫਰਦਰ ਉਹ ਵੀ ਕ੍ਰੋਨਿਕ ਗੈਸਟ੍ਰਾਈਟਿਸ ਨੂੰ ਲੀਡ ਕਰਦਾ। Second, after gastric resections with the gastric jejunectomy, bile and bile acid may reflect into the remaining stomach, causing the gastritis. ਹੁਣ ਅਸੀਂ ਜਿੱਦਾਂ ਕਿ ਡਾਇਰੈਕਟ ਸਰਜਰੀਜ਼ ਕਰ ਦਿੰਨੇ ਆ, ਸੋ ਜਿਹਦੇ ਵਿੱਚ ਕੀ ਹੈ ਜੂਜਨੋਸਟੋਮੀ, ਜੂਜਨਸ ਨੂੰ ਅਸੀਂ ਕੱਟ ਕੇ ਦੈਟ ਇਜ਼ ਦਾ ਡਾਇਰੈਕਟਲੀ ਅਸੀਂ ਸਮਾਲ ਇੰਟੈਸਟਾਈਨ ਔਰ ਗੈਸਟ੍ਰਿਕਸ ਨੂੰ ਕੰਟੀਨਿਊਸ ਕਰਦੇ ਆ ਜਾਂ ਗੈਸਟ੍ਰਿਕ ਨੂੰ ਜੂਜਨਮ ਦੇ ਨਾਲ ਜੋੜ ਦਿੰਨੇ ਆ, ਜਿਹਦੇ ਵਿੱਚ ਅਸੀਂ ਐਂਟਰਮ ਪਾਰਟ ਨੂੰ ਰਿਮੂਵ ਕਰ ਦਿੰਦੇ ਆ। ਫਿਰ ਜਦੋਂ ਬੈਕਫਲੋ ਜਾਂਦਾ ਬਾਈਲ ਪ੍ਰੋਡਕਟਸ ਨੇ ਜਿਹੜੇ ਉਹ ਗੈਸਟ੍ਰਿਕ ਦੇ ਵਿੱਚ ਜਾਂਦੇ ਨੇ, ਰਿਫਲੈਕਸਸ ਕਰਦੇ ਨੇ, ਉਹ ਫਰਦਰ ਕੀ ਹੈ ਮਿਊਕਸ ਲਾਈਨਿੰਗ ਹੈ ਜਿਹੜੀ ਗੈਸਟ੍ਰਿਕਸ ਨੂੰ ਉਸ ਨੂੰ ਇਨਫਲਾਮੇਟਰੀ ਫਾਰਮ ਦੇ ਵਿੱਚ ਲੈ ਆਉਂਦੇ ਆ। H pylori infections can lead to the chronic atrophic gastritis। ਹੁਣ ਇਹਦੇ ਵਿੱਚ ਕੀ ਆ ਕਿ ਜਿਹੜਾ ਇਨਫੈਕਸ਼ਨਸ ਹੈ ਬੈਕਟੀਰੀਆ ਦਾ ਉਹ chronic atrophic ਉਹਦੇ ਸਾਈਜ਼ ਦੇ ਵਿੱਚ ਇਫੈਕਟ ਕਰਦਾ, ਜਿਹੜਾ ਕੀ ਹੈ ਗੈਸਟ੍ਰਾਈਟਿਸ ਹੈ ਉੱਥੇ ਇਨਫਲਾਮੇਟਰੀ ਫਾਰਮ ਨੂੰ ਡਿਵੈਲਪ ਕਰਦਾ ਬੈਕਟੀਰੀਆ। Age is also a risk factor. Chronic gastritis is more common in the older age during to the degenerative mode, ਜਿੱਥੇ ਜਾ ਕੇ ਸੈਲ ਮਿਊਕੋਜ਼ਲਸ ਨੇ ਜਿਹੜੇ ਉਹ ਨਿਊ ਡਿਵੈਲਪ ਹੋਣੇ ਸੈਲਸ ਨੇ ਜਿਹੜੇ ਉਹ ਰਿਡਿਊਸ ਹੋ ਜਾਂਦੇ ਨੇ ਔਰ ਜਿਹੜੀਆਂ ਮਿਊਕੋਜ਼ਲਸ ਲੇਅਰਸ ਨੇ ਉਹ ਅਕੋਰਡਿੰਗ ਟੂ ਦਾ ਏਜਿੰਗ ਫੈਕਟਰ ਔਰ ਡਿਕਰੀਜ਼ਿੰਗ ਆਫ ਦਾ ਸੈਲ ਰੈਪਲੀਕੇਸ਼ਨਸ ਸੋ ਉਹਦੇ ਕਰਕੇ ਕੀ ਆ ਉਹ ਵੀਕ ਹੋ ਜਾਂਦੇ ਆ ਔਰ ਇਨਫਲਾਮੇਟਰੀ ਫਾਰਮ ਆ ਜਿਹੜਾ ਉੱਥੇ ਈਜ਼ੀਲੀ ਡਿਵੈਲਪ ਹੋ ਜਾਂਦਾ। ਨੈਕਸਟ ਇਜ਼ ਦਾ ਪੈਥੋਫਿਜ਼ੀਓਲੋਜੀ ਆਫ ਦਾ chronic gastritis. A stomach lining first become thickened and to the erythematosis and then become thin and atrophic। ਹੁਣ ਇਹਦੇ ਵਿੱਚ ਕੀ ਹੈ ਕਿ stomach lining ਹੈ ਜਿਹੜੀ ਉਹ first become ਕੀ ਹੈ ਪਹਿਲਾਂ thickened ਹੁੰਦੀ ਆ, ਫਿਰ ਉਹਦੇ ਵਿੱਚ ਕੀ ਹੈ erythematosis cells ਨੇ ਜਿਹੜੇ ਉਹਦਾ disorders ਹੁੰਦੇ ਨੇ, ਫਿਰ ਕੀ ਹੈ thin ਹੋ ਜਾਂਦੀ ਹੈ ਜਿਹਦੇ ਕਰਕੇ ਉਹਦੀਆਂ layers ਨੇ ਜਿਹੜੀਆਂ ਫਟਣੀਆਂ ਸਟਾਰਟ ਹੋ ਜਾਂਦੀਆਂ ਨੇ। ਫਿਰ ਉਸੇ layers ਦੇ ਵਿੱਚ ਜਦੋਂ ਕੀ ਆ pus formations ਔਰ bacterial ਜ਼ਿਆਦਾ grow ਕਰ ਜਾਂਦਾ, tissue ਦੀ death ਹੋ ਜਾਂਦੀ ਆ, ਫਿਰ ਉਹ knot ਦੇ ਵਿੱਚ ਕੀ ਆ atrophic form ਦੇ ਵਿੱਚ ਆ ਜਾਂਦੀ ਆ। The next one is to the continuous deteriorations and atrophy। ਇਹਦੇ ਵਿੱਚ ਕੀ ਹੈ continuous deteriorations ਹੁੰਦੀ ਰਹਿੰਦੀ ਹੈ ਤੇ atrophic ਉਹਦਾ size ਹੈ ਜਿਹੜਾ ਉਹ enlarge ਹੁੰਦਾ ਹੈ। Loss of functions of to the parietal cells। ਹੁਣ ਜਿਹੜੇ ਕੀ ਆ normally ਕੀ ਹੈ ਕਿ cell structure ਦੀ loss of ਹੋਣ ਦੇ ਕਰਕੇ ਜਿਹੜੇ parietal cells formation ਹੈ ਉਹ decrease ਹੁੰਦੀ ਹੈ। Acid secretions decrease। ਹੁਣ ਕੀ ਹੈ normal stomach ਦੇ ਦੁਆਰਾ ਜਿਹੜਾ function ਕੀ ਆ acid ਨੂੰ produce ਕਰਨਾ ਉਹ decrease ਹੋ ਜਾਊਗਾ। Inability to absorb the vitamins B12। ਹੁਣ ਜਦੋਂ ਕੀ ਹੈ mucus lining disabilities ਆ ਗਈਆਂ ਔਰ stomach ਦੇ ਵਿੱਚੋਂ gastric acid secretion ਹੈ ਜਿਹੜੀਆਂ reduce ਹੋਈਆਂ ਜਿਹਨੇ food ਨੂੰ break down ਕਰਨਾ, ਸੋ ਉਹਦੇ ਨਾਲ absorption ਹੈ ਜਿਹੜੀ B12 ਦੀ ਉਹ reduce ਹੋ ਜਾਂਦੀ ਹੈ। Development of to the perineuncous anemia, that is mean B12 ਦੀ deficiency ਨਾਲ ਹੋਣ ਵਾਲਾ anemia ਜਿਹੜਾ ਉਹ develop ਹੁੰਦਾ ਜਿਹਦੇ ਨਾਲ cell structure ਹੈ ਜਿਹੜਾ RBC ਦਾ ਉਹ abnormal develop ਹੁੰਦਾ। The next one is to the clinical manifestations. Manifestations are vague and maybe is the absent because to the problem does not cause an increasing to the hydrochloric acid। ਹੁਣ ਕੀ ਹੈ ਉਹਦੇ ਵਿੱਚ gastric acid ਹੈ ਜਿਹੜਾ ਉਹ normally reduce ਹੋ ਗਿਆ, produce ਹੋਣਾ ਉਹਦਾ ਜਿਹੜਾ ਉਹ increase ਨਹੀਂ ਹੋ ਰਿਹਾ। ਉਹਦੇ ਵਿੱਚ ਕੀ ਹੈ ਕਿ vagus nerve ਜਿਹੜੀ ਕੀ ਹੈ 10th cranial nerve ਦੇ ਵਿੱਚੋਂ ਆਉਂਦੀ ਹੈ, that is means ਉਹਨੇ ਆਪਣੀ ਜਿਹੜੀ supply ਹੈ reduce ਕਰਤੀ ਹੈ ਜਿਹਦੇ ਕਰਕੇ ਕੀ ਆ ਉਹ gastric acid ਹੈ ਜਿਹੜਾ ਉਹ ਵੀ ਹੈ ਉਹਦੀ ਪ੍ਰੋਡਕਸ਼ਨ ਹੈ ਜਿਹੜੀ ਉਹ ਡਿਕਰੀਜ਼ ਹੋ ਗਈ। ਇਹ ਵੀ ਹੈ ਕਿ ਮੈਨੀਫੈਸਟੇਟਡ ਉਹਦੇ ਵਿੱਚ ਇਫੈਕਟਡ ਹੋ ਵੀ ਸਕਦਾ, ਮੇ ਬੀ ਐਬਸੈਂਟ ਵੀ ਹੋ ਸਕਦੀ ਆ। ਅਸੈਸਮੈਂਟ ਮੇ ਬੀ ਰਿਵੀਲ anorexia, feeling of fullness, dysphagia, blanching same and that is the burping, ague, epigastric pain, nausea, vomiting, intolerance of the spicy and fatty foods। Patients ਜਿਹੜਾ ਉਹਨਾਂ ਚੀਜ਼ਾਂ ਨੂੰ intolerate ਕਰੇਗਾ। Complications, the first one is to the bleeding, second is to the peritonitis anemia, then is the gastric cancer. Medical management. Discomfort may lesion with a bland diet, small frequently meal, anti-acid H2 receptor and antagonists and proton pump inhibitor and advice to food that cause manifestation.
पेशेंट्स ਨੂੰ ਅਸੀਂ ਕੀ ਹੈ ਮੈਡੀਕੇਸ਼ਨਸ ਦੇਵਾਂਗੇ ਬਲੈਂਡ ਡਾਈਟ ਹੁੰਦਾ ਹੈ ਕਿ ਜਿਹਦੇ ਵਿੱਚ ਕੀ ਹੈ ਲੋ ਸਾਲਟ ਲੋ ਸਪਾਈਸੀ ਡਾਈਟ ਹੁੰਦੀ ਹੈ ਜਿਹਦੇ ਵਿੱਚ ਕੀ ਹੈ ਨੋ ਫਰਾਈ ਡਾਈਟਸ ਹੁੰਦੀ ਹੈ ਜਿਹਦੇ ਨਾਲ ਪੇਸ਼ੈਂਟਸ ਨੂੰ ਕੀ ਹੈ ਰੀਰਿਫਲੈਕਸਿਸ ਨੇ ਜਿਹੜੇ ਉਹ ਜ਼ਿਆਦਾ ਡਿਵੈਲਪ ਨਹੀਂ ਹੋਣਗੇ ਔਰ ਗੈਸਟ੍ਰਿਕ ਮਿਊਕੋਜ਼ਲਸ ਹੈ ਜਿਹੜੀ ਉਹ ਇਰੀਗੇਸ਼ਨਸ ਨਹੀਂ ਕਰੇਗੀ ਵਿਦ ਦਾ ਫੂਡ ਕੋਡਿੰਗ ਦੇ ਨਾਲ ਈਜ਼ਲੀ ਡਾਈਜੈਸਟ ਹੋ ਜਾਏਗੀ ਸਮਾਲ ਫ੍ਰੀਕੁਐਂਟਲੀ ਮੀਲ ਪੇਸ਼ੈਂਟਸ ਦਾ ਜਿਹੜਾ ਅਸੀਂ ਮੀਲ ਹੈ ਉਹਦਾ ਮੇਨ ਕੋਰਸ ਹੈ ਮੇਨਲੀ ਅਸੀਂ 3 ਕੋਰਸ ਰੱਖਦੇ ਹਾਂ ਉਹਨੂੰ ਅਸੀਂ ਡਿਵਾਈਡ ਕਰ ਦਾਂਗੇ 5 to 6 ਕੋਰਸ ਦੇ ਵਿੱਚ ਐਂਟਾਸਿਡਸ ਮੈਡੀਕੇਸ਼ਨਸ ਦੇਵਾਂਗੇ ਜਿਹਦੇ ਨਾਲ ਪੇਸ਼ੈਂਟਸ ਦੇ ਵਿੱਚ ਐਸਿਡਿਟੀ ਜਿਹੜੀ ਡਿਵੈਲਪ ਹੋ ਰਹੀ ਹੈ ਹਾਰਟ ਬਰਨਿੰਗ ਹੈ ਉਸ ਨੂੰ ਰਿਡਿਊਸ ਹੋਏਗਾ ਜਿਹਦੇ ਕਰਕੇ ਪੇਸ਼ੈਂਟਸ ਨੂੰ ਕੀ ਹੈ ਉਹਦੇ ਸਿੰਪਟਮਸ ਨੇ ਜਿਹੜੇ ਚੈਸਟ ਪੇਨ ਹਾਰਟ ਬਰਨਿੰਗ ਬਰਪਿੰਗ ਇਹ ਰਿਡਿਊਸ ਹੋਏਗਾ H2 ਰਿਸੈਪਟਰ ਐਂਟਾਗੋਨਿਸਟ ਦੇ ਵਿੱਚ ਕੀ ਹੈ ਕਿ ਜਿਹੜੀਆਂ ਉਹਦੀਆਂ ਸਕ੍ਰੀਸ਼ਨਸ ਨੇ ਉਹ ਰਿਡਿਊਸ ਹੋ ਜਾਣਗੀਆਂ ਪ੍ਰੋਸ਼ਨਸ ਪੰਪ ਇਨਹਿਬਿਟਰ ਦੀਆਂ ਵੀ ਸੇਮ ਪ੍ਰੋਸੈਸ ਹੋਏਗਾ ਕਿ ਉਹਦੀਆਂ ਜਿਹੜੀਆਂ ਸਕ੍ਰੀਸ਼ਨਸ ਹੋ ਰਹੀਆਂ ਨੇ ਗੈਸਟ੍ਰਿਕ ਐਸਿਡਸ ਦੀਆਂ ਉਹ ਕੀ ਹੈ ਰਿਡਿਊਸ ਹੋ ਜਾਊਗਾ ਜਿਹਦੇ ਕਰਕੇ ਕੀ ਹੈ ਬੈਕਫਲੋ ਘੱਟ ਹੋਏਗਾ If H. pylori bacteria are present, antibiotic and other medications are administered to eliminate of the bacteria. Bacterial infections ਦੇ ਲਈ ਅਸੀਂ antibiotic medications ਨੇ patient ਨੂੰ 2 double doses ਦੇ form ਦੇ ਵਿੱਚ ਦੇ ਸਕਦੇ ਹਾਂ same as the peptic ulcer forms. If 1 week of this regimen does not succeed in the eliminating the bacteria, the regimen may be is repeated for and the additional week. Normally is the 1 week ਦੇ ਵਿੱਚ ਜਿਹੜਾ antibiotic ਦਾ course ਹੁੰਦਾ ਹੈ but ਜੇ ਨਹੀਂ cure ਹੁੰਦੇ ਤਾਂ 1 week extend ਹੋ ਜਾਏਗਾ. ਇੱਕ Pernicious anemia develop ਜੇ patients ਨੂੰ anemia develop ਹੋ ਗਿਆ ਤਾਂ intramuscular injections of vitamin B12 may be administered monthly for to the remainder of the client life ਹੁਣ clients ਦੀ life ਦੇ ਵਿੱਚ normally ਕੀ ਅਸੀਂ ਉਸ ਨੂੰ IM ਕੀ ਹੈ patients ਨੂੰ B12 medication ਜਿਹੜੀ ਹੈ ਉਹ prescribe ਕਰਨੀ ਹੈ ਤਾਂ ਕਿ ਉਹਦਾ blood circulation ਔਰ cell formation ਹੈ ਜਿਹੜੀ ਉਹ normal ਰਹੇ Further is the nursing management Acute pain related to the irritating stomach mucosa. Patients ਨੂੰ chest pain ਹੋਏਗੀ ਜਿਹਦੇ ਕਰਕੇ ਉਹਦੀ irrigations ਹੋ ਰਹੀ ਹੈ stomach mucosal layers ਦੇ ਵਿੱਚ. Next is the imbalanced nutrient less than body requirement related to the inadequate intake of the nutrition. Patients ਨੂੰ first one ਕੀ ਹੋਏਗਾ ਕਿ patients ਨੂੰ nausea vomiting ਹੋ ਰਿਹਾ ਜਿਹਦੇ ਕਰਕੇ food ਹੈ ਜਿਹੜਾ digest ਨਹੀਂ ਹੋ ਰਿਹਾ vomiting ਆਉਣ ਕਰਕੇ nutrients ਦੀ deficiency ਆਈ ਆ. ਔਰ the second one ਕੀ ਹੈ ਕਿ patients ਨੂੰ fear of the nausea and vomiting ਹੈ. Second one ਕੀ ਹੈ mucosal layer ਜਿਹੜੀ coding ਨਹੀਂ ਬਣਾ ਰਹੀ ਉਸ ਜਿਹਦੇ ਕਰਕੇ ਜਿਹੜੀ ਡਾਈਟ ਉਹ ਪ੍ਰੋਪਰਲੀ ਆਪਣੀ ਪੇਸ਼ੈਂਟ ਨਹੀਂ ਲੈ ਰਿਹਾ ਜਿਸ ਕਰਕੇ ਪੇਸ਼ੈਂਟਸ ਦੇ ਵਿੱਚ ਕੀ ਆ ਇੰਬੈਲੈਂਸ ਆਫ ਦਾ ਨਿਊਟ੍ਰੀਐਂਟ ਹੋਏਗਾ ਸਟਾਫ ਦੀ ਰਿਸਪੌਂਸਿਬਿਲਿਟੀ ਕੀ ਹੋਏਗੀ ਕਿ ਉਸ ਦਾ ਨਿਊਟ੍ਰੀਐਂਟਸ ਨੂੰ ਮੇਨਟੇਨ ਕਰਕੇ ਰੱਖਣਾ ਸੋ ਆਈਵੀ ਫਲੂਇਡ ਪਲੱਸ ਪੇਸ਼ੈਂਟਸ ਨੂੰ ਬਲੈਂਡ ਡਾਈਟ ਪ੍ਰਸਕ੍ਰਾਈਬ ਕਰਨੀ ਔਰ ਇਨਪੁਟ ਆਊਟਪੁਟ ਚਾਰਟ ਹੈ ਜਿਹੜਾ ਪੇਸ਼ੈਂਟਸ ਦਾ ਮੇਨਟੇਨ ਕਰਨਾ ਜਿਹਦੇ ਵਿੱਚ ਪੇਸ਼ੈਂਟਸ ਦਾ ਨਾਰਮਲ ਨਿਊਟ੍ਰੀਐਂਟ ਵੈਲਿਊਜ਼ ਐਂਡ ਇਨਟੇਕ ਐਂਡ ਆਊਟਪੁਟ ਦੇ ਬਿਹਾਫ ਤੇ ਉਹਦੀ ਅਸੈਸਮੈਂਟ ਹੋਏਗੀ Risk for imbalanced fluid volume related to the insufficient fluid intake and excessive fluid loss of the subsequent day of vomiting. ਜੇ patient ਨੂੰ vomiting ਆ ਰਹੀ ਹੈ ਤਾਂ patients ਕੀ ਹੈ ਕਿ dehydrated ਹੋ ਜਾਏਗਾ ਜਿਹਦੇ ਕਰਕੇ patient orally ਹੈ ਜਿਹੜਾ fluid ਆ ਉਹ ਲੈ ਨਹੀਂ ਪਾ ਰਿਹਾ due to the vomiting. So patients ਨੂੰ IV fluid ਹੈ ਜਿਹੜਾ electrolyte balance ਉਸਦਾ maintain ਕਰਕੇ ਰੱਖਣਾ. So patients ਦੇ ਵਿੱਚ normally ਕੀ ਹੈ ਕਿ dehydrations ਨੂੰ prevent ਕਰਨਾ. Anxiety related to the treatment ਹੁਣ ਕੀ ਹੈ ਪੇਸ਼ੈਂਟਸ ਦੇ ਵਿੱਚ ਕੀ ਐਂਜ਼ਾਈਟੀ ਲੈਵਲ ਵਧਿਆ ਹੁੰਦਾ ਜਿਹਦੇ ਕਰਕੇ ਸਟ੍ਰੈਸ ਲੈਵਲ ਹੈ ਜਿਹੜਾ ਉਸ ਡਿਸੀਜ਼ ਦੀ ਪ੍ਰੋਸੈਸ ਨੂੰ ਕੀ ਹੈ 30 to 40% ਹਾਇਰ ਕਰ ਦਿੰਦਾ ਸੋ ਇਸ ਕਰਕੇ ਪੇਸ਼ੈਂਟ ਦਾ ਐਂਜ਼ਾਈਟੀ ਲੈਵਲ ਰਿਡਿਊਸ ਕਰਨਾ ਉਸ ਨੂੰ ਸਾਈਕੋਲੋਜੀਕਲੀ ਸਪੋਰਟ ਪ੍ਰੋਵਾਈਡ ਕਰਵਾਉਣੀ ਆ ਜਿਹਦੇ ਨਾਲ ਪੇਸ਼ੈਂਟਸ ਦੇ ਜਿਹੜੀ ਕੀ ਹੈ ਰਿਗਾਰਡਿੰਗ ਟੂ ਦਾ ਟ੍ਰੀਟਮੈਂਟ ਉਹਦਾ ਫੀਅਰ ਹੈ ਉਹ ਰਿਡਿਊਸ ਹੋ ਜਾਊਗਾ ਔਰ ਪੇਸ਼ੈਂਟਸ ਨੂੰ ਕੀ ਹੋਏਗਾ ਕਿ ਉਸ ਨੂੰ ਟ੍ਰੀਟਮੈਂਟ ਦੇ ਬੈਨੀਫਿਟਸ ਦੱਸਣੇ ਨੇ ਫਰਦਰ ਪੇਸ਼ੈਂਟ ਆਪਣੀ ਨਾਰਮਲ ਲਾਈਫ ਹੈ ਜਿਹੜੀ ਉਹ ਇੰਜੋਏ ਕਰ ਸਕਦਾ ਹੈ Next is the defect knowledge about the dietary management and disease process. Patients ਦੇ ਵਿੱਚ ਹੁੰਦਾ ਹੈ ਕਿ like that ਕੀ ਹੈ ਕੁਝ ਲੋਕਾਂ ਚ ਹੁੰਦਾ ਹੈ ਕਿ dietary ਦੇ ਵਿੱਚ ਫਿਰ ਲਈਏ ਕੀ ਆ ਕਿੱਦਾਂ ਬਣਾਈਏ ਕੀ ਪ੍ਰੋਸੈਸ ਹੋ ਸਕਦਾ blend diet ਕੀ ਹੁੰਦੀ ਹੈ ਸੋ ਉਸੇ ਫਾਰਮ ਦੇ ਵਿੱਚ ਦੱਸਣਾ ਕਿ ਪੇਸ਼ੈਂਟਸ ਨੂੰ ਸਾਲਟ ਜੇ ਉਹ ਐਕਸੈਸਿਵ ਅਮਾਉਂਟ ਦੇ ਵਿੱਚ ਲੈ ਰਿਹਾ ਤਾਂ ਉਹਨੂੰ ਕੀ ਸਾਈਡ ਇਫੈਕਟ ਆ ਰਹੇ ਨੇ ਜੇ ਉਹ ਸਪਾਈਸੀ ਫੂਡ ਖਾ ਰਿਹਾ ਤਾਂ ਉਹਨੂੰ ਕੀ ਸਾਈਡ ਇਫੈਕਟ ਆ ਸਕਦੇ ਨੇ ਫਰਦਰ ਇਹ ਡਿਸੀਜ਼ ਕਿੰਨੀ ਵੱਧ ਸਕਦੀ ਹੈ ਸੋ ਇਸ ਫਾਰਮ ਦੇ ਵਿੱਚ ਪੇਸ਼ੈਂਟਸ ਨੂੰ ਪ੍ਰੋਪਰ ਡਾਇਟਰੀ ਪੈਟਰਨ ਤੇ ਕਿਹੜੀ ਡਾਈਟਸ ਉਹਦੇ ਲਈ ਸੂਟੇਬਲਸ ਨੇ ਕਾਫੀ ਹੈ ਕਾਫੀ ਨਾਰਮਲੀ ਲੋਕਾਂ ਨੂੰ ਕਾਫੀ ਔਰ ਟੀ ਦੇ ਵਿੱਚ ਕੋਈ ਡੈਫੀਸ਼ੀਐਂਸੀ ਨਹੀਂ ਵਿਜ਼ੂਅਲਾਈਜ਼ਡ ਹੁੰਦੀ ਸੋ ਪੇਸ਼ੈਂਟਸ ਨੂੰ ਪ੍ਰੋਪਰਲੀ ਡਿਟੇਲ ਚ ਦੇ ਵਿੱਚ ਇਨਫੋਰਮਡ ਕਰਨਾ ਕਿ ਡਾਇਟਰੀ ਪੈਟਰਨ ਲਾਈਕ ਦੈਟ ਦਾ ਕੈਫੀਨ ਹੈ ਜਿਹੜੀ ਉਹ ਪੇਸ਼ੈਂਟਸ ਦੇ ਲਈ ਮਿਊਕੋਸਿਸ ਦੇ ਲਈ ਕੀ ਹੈ ਇਟਸ ਨਾਟ ਗੁੱਡ ਸੋ ਇਸ ਕਰਕੇ ਪੇਸ਼ੈਂਟਸ ਨੇ ਉਸਦੀ ਅਮਾਉਂਟ ਨੂੰ ਕਿੱਦਾਂ ਕਨਵਰਟ ਕਰ ਸਕਦਾ ਟੀ ਨੂੰ ਗ੍ਰੀਨ ਟੀ ਚ ਕਰ ਲਵੇ ਲੈਮਨ ਟੀਨਸ ਕਰ ਲਵੇ ਜਾਂ ਹੋਰ ਡੈਂਡਰੀਅਸ ਟੀਜ਼ ਵੈਰਾਈਟੀਜ਼ ਆਫ ਟੀਜ਼ ਜਿਹੜੀਆਂ ਨੇ ਅਵੇਲੇਬਲਸ ਨੇ ਉਹਨਾਂ ਦੇ ਵਿੱਚ ਉਹ ਆਪਣੇ ਉਸ ਚੀਜ਼ ਨੂੰ ਅਕੋਰਡਿੰਗ ਟੂ ਦ ਨੀਡ ਕਨਵਰਟ ਕਰ ਸਕਦਾ ਹੈ ਥੈਂਕ ਯੂ ਸਟੂਡੈਂਟਸ